13 ਨਵੰਬਰ ਨੂੰ ਗੱਲਬਾਤ ਵਾਸਤੇ ਫਿਰ ਕੇਂਦਰ ਸਰਕਾਰ ਨੇ ਦਿੱਲੀ ਸੱਦੇ ਆ ਜੀ। ਬਕਾਇਦਾ ਸੱਦਾ ਪੱਤਰ ਮਿਲ ਗਿਆ। ਜਿਹੜੇ ਕਿਸਾਨ ਜਥੇਬੰਦੀਆਂ ਕਹਿੰਦੀਆਂ ਵੀ ਅਸੀਂ ਜਾਵਾਂਗੀਆਂ ਗੱਲਬਾਤ ਕਰਨ। ਤੇ ਪਹਿਲਾਂ ਤਾਂ ਸਰਕਾਰ ਜਿਹੜੀ ਪਤਾ ਹੀ ਹੈ ਬਜ਼ਿੱਦ ਹੈ ਇਸ ਗੱਲ ਦੇ ਉੱਤੇ ਵੀ ਖੇਤੀ ਆਰਡੀਨੈਂਸ ਵਾਪਸ ਨਹੀਂ ਲੈਣੇ। ਹੁਣ ਇਹਨਾਂ ਗੱਡੀਆਂ ਚਲਾਉਣ ਦੇ ਮਾਮਲੇ ਵਿੱਚ ਵੀ ਜਿਹੜੇ ਆ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਆ ਕਿ ਮੈਂ ਮਾਲ ਗੱਡੀਆਂ ਵਾਲੇ ਟਰੈਕ ਜਿਹੜੇ ਆ ਉਹ ਖਾਲੀ ਕਰਾ ਦਿੱਤੇ ਆ। ਪਰ ਜਿਹੜੀ ਰੇਲਵੇ ਮੰਤਰੀ ਸਰਕਾਰ ਹੈ ਉਹ ਕਹਿੰਦੇ ਵੀ ਨਹੀਂ, ਅਸੀਂ ਉਹਨਾਂ ਚਿਰ ਜਿਹੜੀਆਂ ਰੇਲ ਗੱਡੀਆਂ ਚਲਾਉਣੀਆਂ ਨੇ ਜਿੰਨਾਂ ਤੁਸੀਂ ਸਵਾਰੀ ਗੱਡੀਆਂ ਵੀ ਨਾਲ ਨਹੀਂ ਚਲਾਉਂਦੇ। ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਬੜੇ ਇਸ ਗੱਲ 'ਚ ਛਜੋਪੰਨ 'ਚ ਫਸੇ ਹੋਏ ਆ। ਉੱਧਰੋਂ ਕਿਸਾਨ ਜਿਹੜੇ ਆ ਉਹ ਕਹਿੰਦੇ ਵੀ ਤੁਸੀਂ ਕੁਛ ਕਰ ਨਹੀਂ ਰਹੇ, ਉੱਧਰੋਂ ਸਰਕਾਰ ਕਹਿੰਦੀ ਆ ਵੀ ਤੁਸੀਂ ਸਰਕਾਰ ਨਾਲ ਨਹੀਂ ਖੜ੍ਹ ਰਹੇ। ਉਹ ਕਹਿੰਦੇ ਵੀ ਮੇਰੀ ਵੀ ਤੇ ਕਿਸਾਨਾਂ ਦੀ ਬਾਂਹ ਮਰੋੜੀ ਜਾ ਰਹੀ ਆ, ਬਲੈਕਮੇਲ ਸਾਨੂੰ ਕੀਤਾ ਜਾ ਰਿਹਾ ਆ ਵੀ ਇਹ ਜਿਹੜਾ ਦਾਅ ਸਰਕਾਰ ਖੇਡ ਰਹੀ ਆ ਕੇਂਦਰ ਦੀ, ਇਹ ਪੁੱਠਾ ਪੈ ਸਕਦਾ ਆ। ਕਿਸਾਨਾਂ ਦੇ ਮਾਮਲੇ 'ਚ ਕੀ ਬਣਿਆ ਜੀ? ਕੋਈ ਗੱਲਬਾਤ ਗਾਂਹ ਤੁਰ ਰਹੀ ਆ ਜਾਂ ਉਹ ਧਰਨਾ ਲਾ ਕੇ ਬੈਠੇ ਤੇ ਸਰਕਾਰ ਕਹਿੰਦੀ ਵੀ ਅਸੀਂ ਨਹੀਂ ਬਦਲਣਾ? ਤਕਰੀਬਨ 100 ਦੇ ਕਰੀਬ ਧਰਨੇ ਪੰਜਾਬ 'ਚ ਅੱਡ ਲੱਗੇ ਹੋਏ ਆ ਜੀ। ਅੱਛਾ ਜੀ। ਪਰ ਜਿਹੜੀਆਂ ਉੱਥੋਂ ਗਰਾਊਂਡ ਤੋਂ ਰਿਪੋਰਟਾਂ ਆ ਰਹੀਆਂ ਧਰਨਿਆਂ ਦੇ ਵਿੱਚ ਅੱਗੇ ਵਾਲਾ ਉਤਸ਼ਾਹ ਹੈ ਨਹੀਂ। ਲੰਬਾ ਬਜ਼ੁਰਗ ਲੰਬਾ ਬਹੁਤ ਹੋ ਗਿਆ, 50 ਦਿਨ ਹੋ ਗਏ ਅਤੇ ਬਜ਼ੁਰਗ ਜਿਹੜੇ ਆ ਬੈਠੇ ਆ, ਮਾਤਾਵਾਂ ਬੈਠੀਆਂ ਆ ਜਾਂ ਜਿਹੜੇ ਹੋਰ ਸੰਘਰਸ਼ੀਲ ਲੋਕ ਉਹ ਬੈਠੇ, ਜਿਹੜਾ ਨੌਜਵਾਨ ਤਬਕਾ ਉਹ ਗਾਇਬ ਆ। ਛੁੱਟੀ ਵਾਲੇ ਦਿਨ ਕਈ ਵਾਰੀ ਆ ਜਾਂਦੇ ਆ। ਬਾਕੀ ਕਹਿੰਦੇ ਹੁੰਦੇ ਆ ਵੀ ਜਥੇਬੰਦੀਆਂ ਇੰਨੀਆਂ ਆ ਕਿ ਆਪਸ ਵਿੱਚ ਏਕਾ ਵੀ ਹੈ ਨਹੀਂ ਗਾ। ਗੁਰਪ੍ਰੀਤ ਜੀ ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਬਹੁਤ ਬਹੁਤ ਸਵਾਗਤ ਹੈ ਜੀ। ਰਾਜਸਥਾਨ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ, ਅਤੇ ਨਾਲੇ ਹੀ ਪ੍ਰੋਗਰਾਮ ਦੇਖ ਰਹੇ ਦੂਰ ਨੇੜੇ ਬੈਠੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੀ ਦੇ ਪਾਇਲ ਬਿਜ਼ਨਸ ਸੈਂਟਰ 'ਚ ਮੌਜੂਦ ਗਹਿਣਿਆਂ ਦੀ ਮਸ਼ਹੂਰ ਦੁਕਾਨ ਮਹਿੰਦਰਾ ਜਿਊਲਰਸ ਹਮੇਸ਼ਾ ਵਾਂਗ ਸਾਡੇ ਪ੍ਰੋਗਰਾਮ ਦੇ ਸਪਾਂਸਰ ਨੇ, ਜਿਨ੍ਹਾਂ ਵੱਲੋਂ ਇਸ ਵੇਲੇ ਵਿਸ਼ੇਸ਼ ਆਫਰ ਚਲਾਈ ਜਾ ਰਹੀ ਹੈ ਕਿ ਤੁਸੀਂ 11 ਮਹੀਨੇ ਕੋਈ ਵੱਧਵੀਂ ਰਕਮ ਜਿਹੜੀ ਇਹਨਾਂ ਦੇ ਕੋਲ ਜਮ੍ਹਾਂ ਕਰਾਓ ਅਤੇ 12ਵੇਂ ਮਹੀਨੇ ਦੀ 19 ਰਕਮ ਇਹ ਕੋਲੋਂ ਦੇ ਕੇ ਤੁਹਾਨੂੰ ਇੱਕ ਗਹਿਣਾ ਜਿਹੜਾ ਜੀ ਉਹ ਦੇਣਗੇ। ਗਹਿਣਿਆਂ ਦੇ ਨਵੇਂ ਤੋਂ ਨਵੇਂ ਡਿਜ਼ਾਈਨ ਅਤੇ ਖਰੇ ਸੋਨੇ ਲਈ ਵੱਡਾ ਨਾਮ ਮਹਿੰਦਰਾ ਜਿਊਲਰਸ। ਸ਼ੋਰੂਮ ਦੇਖਣ ਲਈ ਪਹੁੰਚੋ ਯੂਨਿਟ 332 8128 128 ਸਟਰੀਟ ਸਰੀ। ਅਤੇ ਜੇ WhatsApp 'ਤੇ ਵੀਡੀਓ ਕਾਲ ਕਰਕੇ ਔਨਲਾਈਨ ਗਹਿਣੇ ਦੇਖਣੇ ਅਤੇ ਖਰੀਦਣੇ ਹੋਣ ਤਾਂ ਇਹਨਾਂ ਦਾ ਨੰਬਰ ਸੇਵ ਕਰ ਲਓ 604 916 10 10। ਅਤੇ ਸਾਡੇ ਦੂਜੇ ਸਪਾਂਸਰ ਨੇ ਫਾਈਬਰਟੈਕ ਸਰੀ, ਵੈਨਕੂਵਰ, ਕੋਕਟਲਮ, 3 ਥਾਵਾਂ ਤੋਂ ਇਹ ਸੇਵਾਵਾਂ ਦਿੰਦੇ ਆ। ਪੂਰੇ BC ਵਿੱਚ ਪਲੰਬਿੰਗ ਦਾ ਸਮਾਨ ਡਿਲੀਵਰ ਕਰਦੇ ਆ। ਨਵੇਂ ਘਰ ਬਣਾ ਰਹੇ ਹੋ, ਟਾਊਨ ਹਾਊਸ 'ਚ ਕੰਡੋ ਪ੍ਰੋਜੈਕਟ ਸ਼ੁਰੂ ਕੀਤਾ, ਜਾਂ ਵੈਸੇ ਆਪਣੇ ਘਰ ਦੀ ਰੈਨੋਵੇਸ਼ਨ ਕਰਨ ਲੱਗੇ ਹੋ ਤਾਂ ਪਲੰਬਿੰਗ ਦੇ ਸਮਾਨ ਵਾਸਤੇ ਟੂਟੀਆਂ, ਟੱਬ ਅਤੇ ਹੋਰ ਸਮਾਨ ਚਾਹੀਦਾ ਤਾਂ ਪਹੁੰਚੋ ਫਾਈਬਰਟੈਕ ਦੇ ਉੱਤੇ, ਜਿੱਥੇ ਕਿ ਨਵੇਂ ਤੋਂ ਨਵੇਂ ਡਿਜ਼ਾਈਨ ਅਤੇ ਆਲਾ ਬ੍ਰਾਂਡਸ ਤੁਹਾਨੂੰ ਮਿਲਣਗੇ। ਇਹ ਆਪਣੇ ਟੱਬ ਆਪਣੀ ਖੁਦ ਦੀ ਫੈਕਟਰੀ ਤਿਆਰ ਕਰਦੇ ਆ। 8247 130 ਸਟਰੀਟ ਸਰੀ। ਫੋਨ 604 507 2199। ਕਰੋਨਾ ਸੰਬੰਧੀ ਕੀ ਅਪਡੇਟ ਔਰ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਅੱਜ ਕੀ ਕਿਹਾ ਜੀ? ਕਰੋਨਾ ਸੰਬੰਧੀ ਜਿਹੜੇ ਕੇਸ ਹੈਗੇ ਆ ਜੀ ਉਹ ਲਗਾਤਾਰ ਵੱਧਦੇ ਜਾ ਰਹੇ ਆ। BC ਤੋਂ ਲੈ ਕੇ ਕੁਬੈਕ ਤੱਕ ਜਿੰਨੇ ਵੀ ਸੂਬੇ ਰਾਹ 'ਚ ਆਉਂਦੇ ਆ ਜੀ, ਸਾਰਿਆਂ ਦੇ ਵਿੱਚ ਤਕਰੀਬਨ ਜਿਹੜੇ ਆ ਕੇਸ ਵੱਧਦੇ ਜਾ ਰਹੇ ਆ ਅਤੇ ਨਾਲ ਦੀ ਨਾਲ ਸਖਤੀਆਂ ਵਧਾਉਣ ਦੇ ਵੀ ਅੰਦੇਸ਼ੇ ਹੈਗੇ ਆ ਜੀ। ਅੱਜ ਸਪੈਸ਼ਲ ਤੌਰ ਦੇ ਉੱਤੇ ਮੈਨੀਟੋਬਾ ਦੇ ਵਿੱਚ ਜਿਹੜੇ ਉੱਥੋਂ ਦੇ ਪ੍ਰੀਮੀਅਰ ਨੇ ਉਹਨਾਂ ਨੇ ਸਖਤੀ ਵਧਾਉਣ ਦੀ ਗੱਲ ਕੀਤੀ ਆ। ਅਲਬਰਟਾ ਤੋਂ ਵੀ ਅਜਿਹੀਆਂ ਹੀ ਗੱਲਾਂ ਆ ਰਹੀਆਂ ਕਿ ਜਿਹੜੇ ਸਿਹਤ ਮਾਹਰ ਆ ਉਹ ਲਿਖ ਰਹੇ ਹੈਗੇ ਆ ਪ੍ਰੀਮੀਅਰ ਜੇਸਨ ਕੈਨੀ ਨੂੰ ਕਿ ਆਪਾਂ ਨੂੰ ਸਖਤੀ ਕਰਨੀ ਪੈਣੀ ਆ। BC ਦੇ ਵਿੱਚ ਆਲਰੇਡੀ ਤੁਹਾਨੂੰ ਪਤਾ ਹੀ ਆ ਕਿ ਸਖਤਾਈ ਜਿਹੜੀ ਆ ਉਹ 15 ਦਿਨ ਦੇ ਵਾਸਤੇ ਵਧਾਈ ਗਈ ਆ। ਅਤੇ ਕੁਬੈਕ ਅਤੇ ਅੰਟਾਰੀਓ ਦੇ ਵਿੱਚ ਵੀ ਕੇਸ ਲਗਾਤਾਰ ਵਧਣ ਦੇ ਕਰਕੇ ਜਿਹੜੀ ਆ ਸਖਤਾਈ ਵਧਣ ਦੀ ਗੱਲ ਜਿਹੜੀ ਆ ਚੱਲ ਰਹੀ ਆ। ਕੁਝ ਪਾਬੰਦੀਆਂ ਜਿਹੜੀਆਂ ਪਹਿਲਾਂ ਹੀ ਲਾਗੂ ਸੀਗੀਆਂ ਉਹਨਾਂ ਦੀ ਮਿਆਦ ਜਿਹੜੀ ਆ ਵਧਾ ਦਿੱਤੀ ਗਈ ਆ। ਅਤੇ ਅਜਿਹੇ ਦੇ ਵਿੱਚ ਪ੍ਰਧਾਨ ਮੰਤਰੀ ਟਰੂਡੋ ਨੇ ਸਾਰੇ ਮੁਲਕ ਦੇ ਪ੍ਰੀਮੀਅਰਸ ਅਤੇ ਮੇਅਰਸ ਨੂੰ ਇਹ ਅਪੀਲ ਕੀਤੀ ਆ ਕਿ ਜੋ ਕੁਛ ਵੀ ਕੀਤਾ ਜਾ ਸਕਦਾ ਇਸ ਸੈਕੰਡ ਵੇਵ ਨੂੰ ਰੋਕਣ ਦੇ ਵਾਸਤੇ ਉਹ ਕੀਤਾ ਜਾਵੇ। ਪਹਿਲੀ ਵੇਵ ਆਪਾਂ ਕਿਵੇਂ ਨੱਪੀ ਆ ਉਹਦਾ ਸਾਰਾ ਤਜਰਬਾ ਕਹਿੰਦੇ ਤੁਹਾਡੇ ਕੋਲ ਹੈਗਾ ਆ। ਤੁਹਾਨੂੰ ਪਤਾ ਆ ਕਿ ਆਪਾਂ ਕੀ ਕੀ ਸਾਵਧਾਨੀਆਂ ਵਰਤੀਆਂ ਸੀਗੀਆਂ, ਉਹੀ ਸਾਵਧਾਨੀਆਂ ਦੁਬਾਰਾ ਵਰਤਣ ਦੇ ਵਾਸਤੇ ਲੋਕਾਂ ਨੂੰ ਜਾਗਰੂਕ ਕਰੋ। ਅਤੇ ਇਸ ਦੇ ਨਾਲ ਹੀ ਜਿਹੜਾ ਆ ਉਹ ਕਹਿੰਦੇ ਵੀ ਜੇ ਸਾਡੀ ਕਿਸੇ ਤਰ੍ਹਾਂ ਦੀ ਮਦਦ ਦੀ ਲੋੜ ਆ, ਤੁਹਾਨੂੰ ਲੱਗਦਾ ਕਿ ਫੈਡਰਲ ਗੌਰਮੈਂਟ ਇੱਥੇ ਸਪੋਰਟ ਕਰ ਸਕਦੀ ਹੈ, ਸਾਨੂੰ ਖੁੱਲ੍ਹੇਆਮ ਦੱਸੋ ਇਹ ਗੱਲ ਕਿ ਤੁਹਾਨੂੰ ਕਿਹੜੀ ਚੀਜ਼ ਦੀ ਲੋੜ ਆ, ਅਸੀਂ ਤੁਹਾਡੀ ਮਦਦ ਕਰਨ ਲਈ ਤਿਆਰ ਬਰ ਤਿਆਰ ਹਾਂ ਜੀ। ਕੀ ਲੱਗਦਾ ਜੀ ਹੁਣ ਕੀ ਸਿਚੁਏਸ਼ਨ ਬਣੂਗੀ? ਅੰਦਾਜ਼ਾ ਜਾਂ ਕੀ ਆ ਵੀ ਵੈਕਸੀਨ ਜਲਦੀ ਆ ਜਾਊਗੀ ਜਾਂ ਇਹ ਬੰਦ ਸਾਰਾ ਕੁਝ ਕਰਨਗੇ ਜਾਂ ਖੁੱਲ੍ਹੀ ਰੱਖਣਗੇ ਜੀ? ਜਿਸ ਹਿਸਾਬ ਦੇ ਨਾਲ ਕੇਸ ਵੱਧ ਰਹੇ ਆ ਜੀ, ਹੌਲੀ ਹੌਲੀ ਸਖਤਾਈ ਵਧਾਈ ਜਾਊਗੀ। ਜਿਵੇਂ ਅੱਗੇ ਸੀ ਸਖਤਾਈ ਕਿ ਸਾਰਾ ਕੁਛ ਬੰਦ ਕਰ ਦਿੱਤਾ ਸੀਗਾ ਜੀ, ਹੁਣ ਕੀ ਹੋ ਰਿਹਾ ਕਿ ਸਖਤਾਈ ਉੱਥੇ ਵਧਾਈ ਜਾ ਰਹੀ ਹੈ ਜਿੱਥੇ ਕਿ ਕੇਸ ਵੱਧ ਰਹੇ ਆ। ਜੇ ਮੰਨ ਲਓ ਵੀ ਕੇਸ ਟੋਰਾਂਟੋ ਇਲਾਕੇ 'ਚ ਵੱਧ ਰਹੇ ਆ ਤਾਂ ਇਹਦਾ ਮਤਲਬ ਵੀ ਟੋਰਾਂਟੋ ਇਲਾਕੇ ਦੇ ਉੱਤੇ ਸਖਤਾਈ ਹੋਊਗੀ। ਇਹ ਨਹੀਂ ਉਹਦਾ ਮਤਲਬ ਕਿ ਜਿਹੜੇ ਦੂਰ ਜਿਹੜੇ ਨਰਾਡੇ ਸ਼ਹਿਰ ਆ ਉਹਨਾਂ ਦੇ ਉੱਤੇ ਵੀ ਸਖਤਾਈ ਹੋ ਜੂ। ਸੇਮ ਗੱਲ BC ਦੇ ਵਿੱਚ ਜੇ ਵੈਨਕੂਵਰ ਇਲਾਕੇ ਦੇ ਵਿੱਚ ਸਰੀ ਦੇ ਵਿੱਚ ਕੇਸ ਵੱਧ ਰਹੇ ਆ ਤਾਂ ਉਹਦੀ ਜਿਹੜੀ ਆ ਮਾਰ ਜਿਹੜੀ ਆ ਉਹ ਕੈਮਲੂਪਸ ਕਲੋਨੇ ਜਾਂ ਮੇਰਠ ਤੱਕ ਨਹੀਂ ਪਊਗੀ। ਸੋ ਜਿੱਥੇ ਜਿੱਥੇ ਕੇਸ ਵਧਣਗੇ ਉੱਥੇ ਉੱਥੇ ਸਖਤੀ ਹੋਊਗੀ। ਇੱਕ ਤਾਂ ਇਹ ਗੱਲ ਹੈਗੀ ਕਿ ਪੂਰੇ ਸੂਬੇ ਦੇ ਉੱਤੇ ਨਹੀਂ ਗੱਲ ਲਾਗੂ ਹੋਊਗੀ।
ਤੇ ਦੂਜੀ ਗੱਲ ਹੈਗੀ ਹੈ ਜਿੰਨਾ ਚਿਰ ਵੈਕਸੀਨ ਪ੍ਰੋਪਰ ਤੌਰ ਦੇ ਉੱਤੇ ਆ ਕੇ ਲੱਗ ਨਹੀਂ ਜਾਂਦਾ ਜੀ ਉਹਨਾਂ ਚਿਰ ਹਾਲੇ ਤੱਕ ਖਤਰਾ ਜਿਹੜਾ ਆ ਉਹ ਬਰਕਰਾਰ ਹੀ ਰਹਿਣਾ ਆ। ਇੱਕ ਦੋਸਤ ਜਿਹੜੇ ਆ ਉਹਨਾਂ ਨੂੰ ਹੁਣੇ ਹੀ ਕਰੋਨਾ ਹੋ ਕੇ ਹਟਿਆ ਤੇ ਮੈਂ ਉਹਨਾਂ ਨਾਲ ਕੱਲ੍ਹ ਹੀ ਗੱਲ ਕਰ ਰਿਹਾ ਸੀਗਾ, ਮੈਂ ਕਿੱਦਾਂ, ਉਹ ਕਹਿੰਦੇ ਵੀ ਬਚਾਅ ਤਾਂ ਹੋ ਗਿਆ ਪਰ 7 ਦਿਨ ਮੈਂ ਨਰਕ ਵਿੱਚ ਹੀ ਕੱਢੇ ਆ। ਵੀ ਸਾਹ ਜਿਹੜਾ ਇੰਨਾ ਔਖਾ ਆਉਂਦਾ ਆ ਤੇ ਬੁਖਾਰ ਇੰਨਾ ਸਰੀਰ ਜਿਹੜਾ ਉਹ ਭੱਜ ਕੇ ਚੜ੍ਹਦਾ ਆ ਕਿ ਬੰਦੇ ਨੂੰ ਆਪਣੇ ਆਪ ਨੂੰ ਵੀ ਕਈ ਵਾਰੀ ਲੱਗਣ ਲੱਗ ਪੈਂਦਾ ਕਿ ਮੈਂ ਹੁਣ ਸ਼ਾਇਦ ਬਚਣਾ ਨਹੀਂ ਹੈਗਾ। ਪਰ ਫਿਰ ਵੀ ਕਹਿੰਦੇ ਵੀ ਚਲੋ ਜਿਹੜੀਆਂ ਬੂਟੀਆਂ ਦੇ ਨਾਲ ਦੇਸੀ ਦਵਾਈਆਂ ਦੇ ਕਰਕੇ ਬਚਾਅ ਜਿਹੜਾ ਹੈ ਜੀ ਹੋ ਗਿਆ। ਪਰ ਇਹੀ ਗੱਲ ਆ ਕਿ ਆਪਾਂ ਜੇ ਉਸ ਵੱਲ ਨਹੀਂ ਜਾਣਾ ਚਾਹੁੰਦੇ ਤਾਂ ਫਿਰ ਆਪਾਂ ਨੂੰ ਖੁਦ ਨੂੰ ਵੀ ਇਹੀ ਕਰਨਾ ਪੈਣਾ ਕਿ ਸਾਵਧਾਨੀਆਂ ਵਰਤਣੀਆਂ ਪੈਣੀਆਂ। ਖੁਦ ਪ੍ਰਧਾਨ ਮੰਤਰੀ ਟਰੂਡੋ ਇਹ ਗੱਲ ਕਹਿ ਚੁੱਕੇ ਆ ਕਿ ਚਲੋ ਫਾਈਜ਼ਰ ਦੇ ਨਾਲ ਤਾਂ ਉਹਨਾਂ ਦੀ ਡੀਲ ਹੋਈ ਆ, ਟੀਕੇ ਆਰਡਰ ਕੀਤੇ ਹੋਏ ਆ। ਇਸ ਤਰ੍ਹਾਂ ਹੋਰ ਕਈ ਕੰਪਨੀਆਂ ਚਾਹੇ ਮਾਡਰਨ ਆ ਚਾਹੇ ਜੌਨਸਨ ਐਂਡ ਜੌਨਸਨ ਆ, ਕੈਨੇਡਾ ਨੇ ਉਹਨਾਂ ਤੱਕ ਵੀ ਡੀਲਸ ਵਾਸਤੇ ਚਾਹੇ ਅੱਡ ਅੱਡ ਮੁਲਕਾਂ ਦੀਆਂ ਕੰਪਨੀਆਂ ਤੱਕ ਪਹੁੰਚ ਕੀਤੀ ਹੋਈ ਆ, ਬੁਕਿੰਗ ਕਰਵਾਈ ਹੋਈ ਆ ਵੀ ਜਿੱਥੋਂ ਵੀ ਟੀਕੇ ਮਿਲਦੇ ਹੋਏ ਲਿਆਂਦੇ ਜਾਣਗੇ। ਪਰ ਗੱਲ ਇਹ ਹੈ ਕਿ ਟੀਕੇ ਪ੍ਰੋਡਕਸ਼ਨ ਇੰਨੀ ਕਰਨ ਨੂੰ ਮਿਲੀਅਨਸ ਲੋਕਾਂ ਦੇ ਲੱਗਣੇ ਆ ਜੀ, ਉਹ ਟਾਈਮ ਲੱਗਣਾ ਆ ਉਹਨਾਂ ਨੂੰ ਆਉਣ ਨੂੰ ਟਾਈਮ ਲੱਗਣਾ। ਫਿਰ ਜੇ ਕੈਨੇਡਾ ਵਿੱਚ ਆਉਂਦੇ ਆ ਫਿਰ ਘਰ ਘਰ ਡਾਕਟਰਾਂ ਦੇ ਲਾਗੇ ਪਹੁੰਚਾਉਣ ਵਾਸਤੇ ਟਾਈਮ ਲੱਗਣਾ, ਫਿਰ ਲੋਕ ਲਵਾਉਣ ਜਾਣਗੇ, ਉਹਦੇ ਵਾਸਤੇ ਵੀ ਗਰੁੱਪ ਬਣਾਏ ਜਾਣਗੇ। ਪਹਿਲਾਂ ਕਿਹਨਾਂ ਨੂੰ ਜ਼ਿਆਦਾ ਲੋੜ ਆ, ਸੀਨੀਅਰਸ ਦੇ ਪਹਿਲਾਂ ਲਾਏ ਜਾਣਗੇ, ਬੱਚਿਆਂ ਦੇ ਲਾਏ ਜਾਣਗੇ, ਫਿਰ ਨੌਜਵਾਨਾਂ ਦੀ ਵਾਰੀ ਬਾਅਦ ਦੇ ਵਿੱਚ ਆਊਗੀ। ਸੋ ਇਹਨੂੰ ਟਾਈਮ ਲੱਗਣਾ ਘੱਟੋ ਘੱਟ ਮਾਰਚ ਤੱਕ ਤਾਂ ਮੈਨੂੰ ਲੱਗਦਾ ਜੀ, ਜੇ ਟੀਕਾ ਅੱਜ ਵੀ ਜਾਣੀ ਕਿ ਰੈਡੀ ਹੋ ਜਾਵੇ ਤਾਂ। ਜਿਹੜਾ ਕਿ ਨਹੀਂ ਹੋਣਾ, ਜਿਹੜਾ ਕਿ ਹਜੇ ਕਹਿੰਦੇ ਆ ਵੀ ਹੋ ਗਿਆ 90%, ਵੀ ਉਹਦੀ ਹੁਣ ਪ੍ਰੋਡਕਸ਼ਨ ਕਦੋਂ ਸ਼ੁਰੂ ਕਰਦੇ ਆ ਉਹਨਾਂ ਦੇ ਉੱਤੇ ਡਿਪੈਂਡ ਕਰਦਾ ਆ। ਸੋ 6 ਮਹੀਨੇ ਸਿੱਧੇ ਪਏ ਆ ਜੀ ਆਪਣੇ ਕੋਲੇ ਤੇ ਉਹਨਾਂ ਚਿਰ ਫਿਰ ਆਪਾਂ ਨੂੰ ਬਚਾਅ ਹੀ ਕਰ ਲੈਣਾ ਚਾਹੀਦਾ, ਹੋਰ ਕੋਈ ਤਰੀਕਾ ਹੈ ਨਹੀਂ ਗਾ ਜੀ ਜਿਹਦੇ ਨਾਲ ਇਹ ਸੈਕੰਡ ਵੇਵ ਜਿਹੜੀ ਆ ਉਹਨੂੰ ਠੱਲ ਪਾਈ ਜਾ ਸਕੇ। ਸਰੀ ਦੇ ਵਿੱਚ ਕਿਸੇ ਵਿਅਕਤੀ ਨੂੰ ਅਦਾਲਤ ਨੇ ਸਜ਼ਾ ਦਿੱਤੀ, ਮਾਮਲਾ ਚਰਚਾ 'ਚ ਕੌਣ ਆ ਤੇ ਕਿਉਂ ਸਜ਼ਾ ਦਿੱਤੀ ਜੀ? ਇਹ ਗੱਲ ਹੈਗੀ ਹੈ ਜੀ 2012-13 ਦੀ BC ਸਿਕਿਉਰਿਟੀ ਕਮਿਸ਼ਨ ਹੈ ਜੀ ਇੱਕ। ਅੱਛਾ ਜੀ। BC ਸਿਕਿਉਰਿਟੀ ਕਮਿਸ਼ਨ ਜਿਹੜਾ ਆ ਉਹ ਇਨਵੈਸਟਮੈਂਟ ਮਾਮਲੇ ਦੇ ਵਿੱਚ ਜਿਹੜੀਆਂ ਠੱਗੀਆਂ ਹੁੰਦੀਆਂ ਉਹਨਾਂ ਦੀ ਪੜਤਾਲ ਕਰਦਾ ਜੀ। ਬਹੁਤ ਸਾਰੇ ਲੋਕ ਆ ਜਿਨ੍ਹਾਂ ਦੇ ਕੋਲੋਂ ਜਾਣ ਪਛਾਣ ਵਾਲੇ ਜਾਂ ਫਾਈਨੈਂਸ਼ੀਅਲ ਐਡਵਾਈਜ਼ਰ ਕਹਾਉਂਦੇ ਲੋਕ ਪੈਸੇ ਲਵਾ ਦਿੰਦੇ ਆ ਜੀ, ਵੀ ਆਹ ਫਲਾਣੀ ਕੰਪਨੀ ਹੁਣ ਬਹੁਤ ਮਸ਼ਹੂਰ ਹੈ, ਇਹਨਾਂ ਦੇ ਨਾਲ ਪੈਸੇ ਲਾ ਦਿਓ ਤੁਹਾਡੇ ਪੈਸੇ ਡਬਲ ਹੋ ਜਾਣੇ ਆ। ਜਾਂ ਕੋਈ ਮਿਊਚੁਅਲ ਫੰਡ ਖਰੀਦ ਲਓ ਜਾਂ GIC ਖਰੀਦ ਲਓ ਜਾਂ ਪ੍ਰੋਪਰਟੀ ਖਰੀਦ ਲਓ, ਇਹੋ ਜਿਹੀਆਂ ਗੱਲਾਂ ਜਿਹੜੀਆਂ ਹੈਗੀਆਂ ਜੀ। ਉਹਦੇ ਵਿੱਚ ਇੱਕ ਰਵਿੰਦਰਪਾਲ ਸਿੰਘ ਮੰਗਟ ਨਾਂ ਦਾ ਬੰਦਾ, ਜਿਹਨੂੰ ਕਿ ਰੋਬ ਮੰਗਟ ਕਰਕੇ ਵੀ ਜਾਣਿਆ ਜਾਂਦਾ, ਨੌਜਵਾਨ ਹੀ ਆ ਇਹ, ਇਹਨੇ ਸਰੀ ਨਿਵਾਸੀ ਆ ਇਹ, ਵੈਨਕੂਵਰ ਦੇ ਇੱਕ ਬੰਦੇ ਤੋਂ $5 ਲੱਖ ਜਿਹੜਾ ਹੀ ਫੰਡ ਲਿਆ। ਅੱਛਾ ਜੀ, ਮੈਂ ਤੇਰੀ ਇਨਵੈਸਟਮੈਂਟ ਜਿਹੜੀ ਆ ਉਹ ਕਰਾ ਰਿਹਾ ਆ ਤੇ ਤੇਰੇ ਪੈਸੇ ਜਿਹੜੇ ਆ ਉਹ ਬਹੁਤ ਗੁੱਡ ਰਿਟਰਨ ਦੇ ਨਾਲ ਮੁੜ ਕੇ ਜਿਹੜੇ ਜੀ ਆਉਣਗੇ। ਤੇ ਪੈਸੇ ਕਿੱਥੇ ਆਉਣੇ ਸੀਗੇ, ਮੂਲ ਵੀ ਨਹੀਂ ਮੁੜਿਆ। ਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਜਿਹੜੇ ਦੋਸ਼ ਲਾਏ ਗਏ ਆ ਤੇ ਜਿਹੜੇ ਸਾਬਤ ਹੋ ਚੁੱਕੇ ਆ, ਉਹਨਾਂ 'ਚ ਇਹ ਕਿਹਾ ਗਿਆ ਕਿ ਉਸ ਰਕਮ ਦੇ ਨਾਲ ਉਹਨੇ ਕੋਈ ਰਿਟਰਨ ਜਿਹੜੀ ਆ ਖਰੀਦੀ ਹੀ ਨਹੀਂ। ਰਿਟਰਨ ਤਾਂ ਆਉਂਦੀ ਜੇ ਕੋਈ ਇਨਵੈਸਟਮੈਂਟ ਕੀਤੀ ਹੁੰਦੀ, ਵੀ ਉਹਨੇ ਆਪਣਾ ਜਿਹੜਾ ਲਾਈਫ ਸਟਾਈਲ ਸੀਗਾ, ਆਪਣੀ ਜ਼ਿੰਦਗੀ ਸੀਗੀ, ਉਹ ਸ਼ਾਹਾਨਾ ਬਣਾ ਲਈ ਤੇ ਉਹ ਪੈਸਾ ਖਰਚ ਸੁੱਟਿਆ ਜੀ। ਤੇ ਜਿਨ੍ਹਾਂ ਤੋਂ ਲਏ ਸੀਗੇ ਪੈਸੇ ਮੋੜੇ ਨਹੀਂ ਗਏ, ਉਹ ਫਿਰ ਮੁੜ ਕੇ ਵੈਨਕੂਵਰ ਪੁਲਿਸ ਕੋਲੇ ਚੱਲ ਗਏ। ਵੈਨਕੂਵਰ ਪੁਲਿਸ ਦੇ ਰਾਹੀਂ ਉਹ ਫਿਰ BC ਸਿਕਿਉਰਿਟੀ ਕਮਿਸ਼ਨ ਨੇ ਜਦੋਂ ਜਾਂਚ ਕੀਤੀ ਆ ਤੇ ਬੰਦਾ ਦੋਸ਼ੀ ਜਿਹੜਾ ਜੀ ਉਹ ਲੱਭਿਆ ਤੇ ਹੁਣ ਉਹਨੂੰ 3 ਸਾਲ ਦੀ ਕੈਦ ਜਿਹੜੀ ਹੈ ਜੀ ਸਜ਼ਾ ਸੁਣਾਈ ਗਈ ਆ ਤੇ ਨਾਲ ਜਿਹੜਾ $5 ਲੱਖ ਮਾਂਜਿਆ ਉਹ ਮੋੜਨਾ ਪੈਣਾ ਜੀ। ਤੇ ਉਹਦੇ ਵਿੱਚੋਂ ਤਕਰੀਬਨ ਉਹ ਕੁਝ ਮਹੀਨੇ ਪਹਿਲਾਂ ਕੱਟ ਚੁੱਕਾ ਹੈ, ਕਿਉਂਕਿ ਜਦੋਂ ਫੜਿਆ ਸੀਗਾ 21 ਮਹੀਨੇ ਜਿਹੜੇ ਹੋਰ ਹੱਲੇ ਜੇਲ੍ਹ ਜਿਹੜੀ ਹੈ ਜੀ ਉਹਨੂੰ ਭੁਗਤਣੀ ਪਊਗੀ। ਤੇ ਇਹ ਜਿਹੜੇ ਠੱਗਾਂ ਨੂੰ ਮੈਂ ਤਾਂ ਇਹ ਕਹੂੰਗਾ ਵੀ ਬਹੁਤ ਸਾਰੇ ਲੋਕ ਇਸ ਖਬਰ ਤੋਂ ਸਬਕ ਲੈਣ, ਠੱਗੀਆਂ ਮਾਰਨੀਆਂ ਬੰਦ ਕਰਨ। ਪਰ ਜਿਹਨਾਂ ਨਾਲ ਠੱਗੀਆਂ ਹੋ ਚੁੱਕੀਆਂ ਅਜਿਹੀਆਂ ਵੀ ਕਿਸੇ ਨੇ ਵਾਅਦਾ ਕਰਕੇ ਤੁਹਾਡੇ ਤੋਂ ਪੈਸੇ ਲਏ ਸੀਗੇ ਕਿ ਮੈਂ ਤੁਹਾਡੀ ਫਲਾਣੀ ਇਨਵੈਸਟਮੈਂਟ ਕਰਾ ਦਿੰਦਾ ਜਾਂ ਰਿਟਰਨ, ਉਹ ਤੁਸੀਂ BC ਸਿਕਿਉਰਿਟੀ ਕਮਿਸ਼ਨ ਦੇ ਕੋਲ ਜਾਓ ਜਾਂ ਆਪਣੇ ਇਲਾਕੇ ਦੀ ਪੁਲਿਸ ਕੋਲ ਜਾਓ। ਕਈ ਵਾਰ ਪਤਾ ਨਹੀਂ ਹੁੰਦਾ ਕਿ ਤੁਹਾਨੂੰ ਇਹ ਪੈਸੇ ਤੁਹਾਡੇ ਮੁੜ ਸਕਦੇ ਆ ਜਾਂ ਜਿਹੜਾ ਦੋਸ਼ੀ ਬੰਦਾ ਉਹਨੂੰ ਸਜ਼ਾ ਹੋ ਸਕਦੀ ਆ। ਸੋ ਇੱਥੇ ਇਸ ਮਾਮਲੇ 'ਚ ਕਾਨੂੰਨ ਬੜਾ ਸਖਤ ਹੈਗਾ ਆ ਤੇ ਤੁਹਾਨੂੰ ਪੈਰਵਾਈ ਕਰਨੀ ਚਾਹੀਦੀ ਹੈ ਜੇ ਕਿਸੇ ਠੱਗ ਨੇ ਤੁਹਾਡੇ ਪੈਸੇ ਜਿਹੜੇ ਆ ਮਾਰੇ ਆ ਜੀ। ਇਹ ਬਸ ਜਿੰਨਾ ਮਰਜ਼ੀ ਆਪਾਂ ਕਹਿ ਲਈਏ, ਕਦੇ ਨਾ ਕਦੇ ਡਿੱਕੇ ਆ ਹੀ ਜਾਂਦਾ ਬੰਦਾ। ਮੰਨ ਲਓ ਸਧਾਰਨ ਜੀ ਗੱਲ ਆ, ਜਿਹੜੇ ਮੈਸੇਜ ਆਉਂਦੇ ਆ ਜਾਂ ਫੋਨ ਕਾਲਸ ਆਉਂਦੀਆਂ ਕਿ ਤੁਹਾਡਾ ਅਕਾਊਂਟ ਹੋ ਗਿਆ, ਉਹ ਚੰਗਾ ਭਲਾ ਬੰਦਾ ਵੀ ਕਈ ਵਾਰੀ ਉਹਦੇ ਡਿੱਕੇ ਆ ਜਾਂਦਾ, ਬਾਵਜੂਦ ਇਹਦੇ ਕਿ ਬਾਰ-ਬਾਰ ਪ੍ਰਚਾਰ ਦੇ ਵੀ ਗਲਤ ਹੱਥਾਂ ਦੇ ਵਿੱਚ ਪੈਸਾ ਨਾ ਰੱਖੋ। ਔਰ ਠੱਗਾਂ ਦੀ ਦੇਖੋ ਕਿ ਕੈਨੇਡਾ ਵਰਗੇ ਦੇਸ਼ ਦੇ ਵਿੱਚ ਵੀ ਠੱਗੀ ਮਾਰਨੋਂ ਨਹੀਂ ਹਟ ਰਹੇ। ਦੇਖੋ ਜਿਹੜੇ ਠੱਗ ਹੁੰਦੇ ਆ ਜੀ ਉਹਨਾਂ ਦਾ ਕੰਮ ਇਹ ਹੈਗਾ ਹੈ ਨਾ ਵੀ ਜੇ 1000 ਬੰਦੇ ਨੂੰ ਫੋਨ ਕੀਤਾ ਵਿੱਚ 2 ਵੀ ਡਿੱਕੇ ਆ ਗਏ ਤਾਂ ਉਹ ਗੱਲ ਜਿਹੜੀ ਹੈ ਬਣ ਗਈ। ਤੁਹਾਨੂੰ ਯਾਦ ਹੋਣਾ ਆਪਣੇ ਛੋਟੇ ਹੁੰਦਿਆਂ ਨੂੰ ਕਥਾ ਸੁਣਾਉਂਦੇ ਹੁੰਦੇ ਸੀਗੇ ਜੀ, ਕਿ ਮੇਲੇ ਵਿੱਚ ਕੋਈ ਬੰਦਾ ਬੱਕਰੀ ਦਾ ਮੇਮਣਾ ਲੈ ਕੇ ਤੁਰਿਆ ਜਾਂਦਾ ਸੀਗਾ, ਠੱਗਾਂ ਨੇ ਸਕੀਮ ਬਣਾ ਲਈ ਸੀ ਵੀ ਖੋਹਣਾ ਆ ਤੇ 4 ਠੱਗ ਜਿਹੜੇ ਰਾਹ ਦੇ ਵਿੱਚ ਅੱਡ ਕਰਕੇ ਖੜ ਗਏ ਜੀ। ਤੇ ਪਹਿਲਾਂ ਕਹਿੰਦਾ ਉਹਨੂੰ ਕਹਿੰਦਾ ਵੀ ਕਤੂਰਾ ਬਹੁਤ ਸੋਹਣਾ, ਉਹ ਕਹਿੰਦਾ ਤੇਰਾ ਦਿਮਾਗ ਠੀਕ ਆ, ਕਹਿੰਦਾ ਕਤੂਰਾ ਥੋੜੀ ਮੇਮਣਾ ਆ। ਗਾਹਾਂ ਗਿਆ ਜੀ ਮੋੜ ਦੇ ਉੱਤੇ ਫੇਰ ਦੂਜਾ ਠੱਗ ਖੜਾ, ਕਹਿੰਦਾ ਜੀ ਇਹ ਕਤੂਰਾ ਕਿੰਨੇ ਦਾ ਲਿਆ ਬਈ? ਉਹ ਕਹਿੰਦਾ ਤਾਂ ਅੰਨਾ ਆ, ਕਹਿੰਦਾ ਵੀ ਤੈਨੂੰ ਦਿਖਦਾ ਨਹੀਂ, ਕਹਿੰਦਾ ਮੇਮਣਾ ਆ ਹੈ ਨਾ। ਗਾਹਾਂ ਤੀਜਾ ਜਿਹੜਾ ਖੜਾ ਉਹ ਕਹਿੰਦਾ ਵੀ ਜਿਹੜਾ ਤੇਰਾ ਕਤੂਰਾ ਆ ਵਧੀਆ ਲੱਗਦਾ। ਉਹ ਯਾਰ ਸੋਚਾਂ 'ਚ ਪੈ ਗਿਆ ਵੀ 3 ਬੰਦੇ ਕਹਿ ਹਟੇ ਆ ਵੀ ਇਹ
ਵੀ ਜਿਹੜਾ ਆ ਕਤੂਰਾ ਆ ਮੈਂ ਮੇਮਣਾ ਕਰਕੇ ਲੈ ਕੇ ਆਇਆ ਹਨਾ। ਸੋ ਜਦੋਂ ਚੌਥੇ ਨੇ ਕਹੀ ਗੱਲ ਜਾ ਕੇ ਫੇਰ ਉਹਨੇ ਚੱਕ ਕੇ ਤੇ ਪੈਰਾਂ 'ਚ ਮਾਰਿਆ, ਕਹਿੰਦਾ ਹਲ ਚੱਕ, ਕਹਿੰਦਾ ਹਨਾ ਵੀ ਕਤੂਰਾ ਮੈਂ ਨਹੀਂ ਰੱਖਣਾ, ਕਹਿੰਦਾ ਮੈਨੂੰ ਠੱਗ ਗਿਆ ਕੋਈ। ਤੇ ਵੀ ਕਤੂਰਾ ਕਹਿ ਕੇ ਕਹਿੰਦਾ ਮੇਮਣਾ ਕਹਿ ਕੇ ਕਤੂਰਾ ਵੇਚ ਗਿਆ ਹਨਾ। ਸੋ ਉਹਨਾਂ ਨੇ ਜਿਹੜਾ ਜੀ ਉਹਦਾ ਮੇਮਣਾ ਇਦਾਂ ਕਹਿ ਕੇ ਹਥਿਆ ਲਿਆ। ਹੁਣ ਜਦੋਂ ਰੋਜ਼ੇ ਫੋਨ ਆਈ ਜਾਣੇ ਤੁਹਾਡੀ ਲਾਟਰੀ ਲੱਗ ਗਈ ਹੈ ਜੀ, ਤੁਹਾਡਾ ਆਹ ਹੋ ਗਿਆ ਆ, ਤੁਹਾਡੇ ਐਕਸੀਡੈਂਟ ਹੋ ਗਿਆ ਰਿਸ਼ਤੇਦਾਰ ਦਾ, ਬੰਦਾ ਕਿਤੇ ਨਾ ਕਿਤੇ ਕਿਸੇ ਸਕੀਮ ਦੇ ਵਿੱਚ ਲਿਖ ਕੇ ਆ ਜਾਂਦਾ ਆ। ਜਿਹੜਾ ਬਾਹਲਾ ਕੋ ਤਾਰੂ ਹੈਗਾ 100 ਪਤਣਾ ਦਾ, ਉਹ ਫਿਰ ਬਚਿਆ ਰਹਿੰਦਾ ਹੈ ਜੀ। ਤੇ ਕਹਿੰਦੇ ਹੁੰਦੇ ਵੀ ਹੋਸ਼ੋ ਹਵਾਸ ਤੋਂ ਕੰਮ ਲਵੋ, 2 ਵਾਰੀ ਸੋਚੋ ਕਰਨ ਤੋਂ ਪਹਿਲਾਂ। ਜਿੱਦਾਂ ਕਹਿੰਦੇ ਹੁੰਦੇ ਆ ਵੀ ਸਲਾਹ ਲੈ ਲਓ ਕਿਸੇ ਦੀ, ਕੰਧ ਦੀ ਵੀ ਸਲਾਹ ਲੈ ਲੈਣੀ ਚਾਹੀਦੀ ਆ। ਜੇ ਕੋਈ ਇਹੋ ਜਿਹੀ ਗੱਲ ਆਉਂਦੀ ਆ, ਚੋਰੀ ਨਾਲ ਬਹੁਤੀ ਵਾਰੀ ਬੰਦਾ ਫਸਦਾ ਪਤਾ ਕਦੋਂ ਆ, ਕਿ ਮੈਂ ਦੱਸਣਾ ਨਹੀਂ ਕਿਸੇ ਨੂੰ ਵੀ ਮੈਂ ਤਾਂ ਨਾ ਆਹ ਹੁਣ ਅਮੀਰ ਬਣ ਕੇ ਫਿਰ ਦੱਸੂਗਾ ਜਾ ਕੇ ਵੀ ਇੱਦਾਂ ਪੈਸੇ ਮੈਂ ਅਪਣਾਏ ਆ। ਤੇ ਉਹਦੇ ਵਿੱਚ ਮਰ ਜਾਂਦਾ ਜੀ। ਜੇ ਪਹਿਲਾਂ ਸਲਾਹ ਕਰ ਲਵੇ ਕਿਸੇ ਨਾਲ ਤਾਂ ਬਚਾਅ ਹੋ ਜਾਂਦਾ ਕਈ ਵਾਰੀ। ਡੋਨਲਡ ਟਰੰਪ ਹੁਣ ਕੀ ਕਹਿ ਰਹੇ ਆ ਜੀ, ਮੰਨਦੇ ਆ ਗੱਲਬਾਤ ਵੀ ਹਾਰੇ ਆ ਜਾਂ ਨਹੀਂ ਹਜੇ? ਦੇਖੋ ਜੀ, ਵਿੱਚ ਵਿਚਾਲਾ ਜਿਹਾ ਹੀ ਆ, ਦੋਨੇ ਪਾਸੇ ਚੱਲੀ ਜਾਂਦੇ ਆ। ਨਾਲੇ ਤਾਂ ਕਹਿੰਦੇ ਆ ਵੀ ਹਜੇ ਮੈਂ ਹਾਰਿਆ ਨਹੀਂ ਹੈਗਾ, ਨਾਲੇ ਕਹੀ ਜਾਂਦੇ ਆ ਵੀ ਜੇ ਕਿਤੇ ਫਾਈਜ਼ਰ ਕੰਪਨੀ ਵਾਲੇ ਜਿਹੜਾ ਵੈਕਸੀਨ ਆ ਪਹਿਲਾਂ ਅਨਾਊਂਸ ਕਰ ਦਿੰਦੇ ਇਲੈਕਸ਼ਨਾਂ ਤੋਂ 3 ਨਵੰਬਰ ਤੋਂ ਪਹਿਲਾਂ, ਤਾਂ ਮੈਂ ਹਾਰਦਾ ਨਾ। ਸੋ ਦੋਨੇ ਪਾਸੇ ਗੱਲਾਂ ਜਿਹੜੀਆਂ ਹੋ ਗਈਆਂ ਜੀ। ਸੋ ਅੱਜ ਉਹਨਾਂ ਨੇ FDA ਜਿਹੜੀ ਕਿ ਉਹਨਾਂ ਦੀ ਅਮਰੀਕਾ ਦੀ ਡਰੱਗ ਰੈਗੂਲੇਸ਼ਨ ਅਥਾਰਟੀ ਹੈ ਜੀ, ਉਹਦੇ ਉੱਤੇ ਤੇ ਫਾਈਜ਼ਰ ਕੰਪਨੀ ਦੇ ਉੱਤੇ ਤੋੜਾ ਝਾੜਿਆ। ਉਹ ਕਹਿੰਦੇ ਵੀ ਇਹਨਾਂ ਨੇ ਮੇਰੇ ਨਾਲ ਧੋਖਾ ਕੀਤਾ ਆ। ਵੀ ਹੁਣ 5 ਦਿਨਾਂ ਬਾਅਦ ਇਲੈਕਸ਼ਨਾਂ ਤੋਂ ਬਾਅਦ ਕਿੱਦਾਂ ਇਹਨਾਂ ਨੂੰ ਇੱਕਦਮ ਹੀ ਪਤਾ ਲੱਗ ਗਿਆ ਵੀ ਜਿਹੜਾ ਵੈਕਸੀਨ ਹੈ ਬਣ ਗਿਆ ਆ, ਵੀ ਇਹ ਸਾਰਿਆਂ ਨੇ ਰਲ ਕੇ ਮੇਰੇ ਨਾਲ ਧੋਖਾ ਕੀਤਾ ਹੈ। ਜੇਕਰ 3 ਨਵੰਬਰ ਤੋਂ ਪਹਿਲਾਂ ਇਹ ਅਨਾਊਂਸ ਕਰ ਦਿੰਦੇ ਤਾਂ ਵੋਟਾਂ ਦਾ ਨਤੀਜਾ ਜਿਹੜਾ ਕੁਛ ਹੋਰ ਹੋਣਾ ਸੀਗਾ ਜੀ। ਤੁਹਾਨੂੰ ਯਾਦ ਹੋਣਾ ਕਿ ਉਹਨਾਂ ਨੇ ਆਪਣੇ ਚੋਣ ਵਾਅਦੇ ਵਿੱਚ ਵੀ ਇਹ ਗੱਲ ਕਹੀ ਸੀਗੀ, ਵਾਰ-ਵਾਰ ਕਹਿੰਦੇ ਰਹੇ ਕਿ 3 ਨਵੰਬਰ ਤੋਂ ਪਹਿਲਾਂ ਟੀਕਾ ਜਿਹੜਾ ਆ ਉਹ ਆ ਜਾਣਾ ਆ। ਸੋ ਹੁਣ ਮੈਨੂੰ ਕਿਤੇ ਨਾ ਕਿਤੇ ਲੱਗਦੀ ਆ ਗੱਲ ਵੀ ਚਲੋ ਠੀਕ ਆ, ਕੁਦਰਤੀ ਹੋ ਵੀ ਸਕਦਾ ਕਿ 5 ਦਿਨ ਬਾਅਦ ਹੀ ਗੱਲ ਬਣੀ ਹੋਵੇ, ਪਰ ਇਹ ਵੀ ਮਨ ਲੰਬੜਦਾਰ ਜੀ ਦੀ ਲੱਗਦੀ ਆ। ਲੰਬੜਦਾਰ ਮੈਂ ਤਾਂ ਕਹਿ ਰਿਹਾ ਕਿ ਸਰਪੰਚ ਤਾਂ ਹੁਣ ਬਾਈਡਨ ਬਣ ਗਿਆ ਹਨਾ, ਤੇ ਇਹ ਲੱਗਦੀ ਆ ਮਨ ਗੱਲ ਜੀ ਵੀ ਹੋ ਸਕਦਾ ਵੀ 5-6 ਦਿਨ ਜਾਣ ਕੇ ਰੋਕ ਲਈ ਹੋਵੇ ਗੱਲ ਇਹ। ਕਿਉਂਕਿ ਡਾਕਟਰ ਫੌਚੀ ਨਾਲ ਵੀ ਪੰਗਾ, ਡਾਕਟਰਾਂ ਨਾਲ ਵੀ ਪੰਗਾ, ਸਾਇੰਸਦਾਨਾਂ ਨਾਲ ਵੀ ਪੰਗਾ, ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨੂੰ ਵੀ ਮਾੜਾ ਕਹੀ ਜਾਣਾ ਹਨ। ਤਾਂ ਅਗਲੇ ਕਹਿੰਦੇ ਵੀ ਕ੍ਰੈਡਿਟ ਕੱਲ੍ਹ ਦੇਣਾ ਆ, ਵੀ ਜੇ ਤਾਂ ਜਿੱਤ ਜੋਗੇ ਤਾਂ ਫਿਰ ਦੱਸ ਦੇਵਾਂਗੇ, ਜੇ ਹਾਰ ਗਏ ਤਾਂ ਦੂਜੇ ਨੂੰ ਦੇ ਦੇਵਾਂਗੇ। ਸੋ ਇਹ ਗੱਲ ਦੇ ਵਿੱਚ ਕਿਤੇ ਨਾ ਕਿਤੇ ਲੱਗਦਾ ਵੀ ਵਜ਼ਨ ਹੋ ਸਕਦਾ ਜੀ। ਜੇ ਮੰਨ ਲਓ ਕਰੋਨਾ ਆਉਂਦਾ ਹੀ ਨਾ, ਫਿਰ ਅਮਰੀਕਾ ਦੀ ਚੋਣ ਦੇ ਨਤੀਜੇ ਵੱਖਰੇ ਹੁੰਦੇ? ਭਾਈ ਬਹੁਤ ਔਖਾ ਹੈ ਇਹਦੇ ਬਾਰੇ ਕਹਿਣਾ ਹੈ ਨਾ, ਕਿਉਂਕਿ ਇਹ ਇੱਕ ਫੈਕਟਰ ਨਹੀਂ ਹੈਗਾ ਇਹਦੇ ਵਿੱਚ। ਨਸਲਵਾਦ ਬਹੁਤ ਵੱਡਾ ਫੈਕਟਰ ਸੀਗਾ ਇਹਨਾਂ ਚੋਣਾਂ ਦੇ ਵਿੱਚ। ਹੁਣ ਆਪਾਂ ਨੂੰ ਇਹ ਨਹੀਂ ਪਤਾ ਵੀ ਕਰੋਨਾ ਕਰਕੇ ਇਕੱਲਿਆਂ ਕਰਕੇ ਜਿਹੜੇ ਟਰੰਪ ਸਾਹਿਬ ਜਿਹੜੇ ਉਹਨਾਂ ਦੇ ਨਾਲ ਇਹ ਭਾਣਾ ਵਾਪਰਿਆ ਹਨ। ਨਸਲਵਾਦ ਤੁਸੀਂ ਦੇਖੋ ਵੀ ਕਿੰਨੇ ਜਿਹੜੇ ਆ ਉਹ ਕਾਲੇ ਲੋਕਾਂ ਨਾਲ ਧੱਕਾ ਹੋਇਆ, ਕਿੰਨੀਆਂ ਰੈਲੀਆਂ ਜਿਹੜੀਆਂ ਐਤਕੀ ਹੋਈਆਂ। ਫਿਰ ਜਿਹੜੀਆਂ ਕੰਧ ਬਣਾਉਣ ਵਾਲੀਆਂ ਗੱਲਾਂ ਸੀਗੀਆਂ, ਇਮੀਗ੍ਰੈਂਟਾਂ ਨੂੰ ਵਾਪਸ ਭੇਜਣ ਵਾਲੀਆਂ ਗੱਲਾਂ ਸੀਗੀਆਂ, ਉਹ ਹਾਲਾਂਕਿ ਤੁਸੀਂ ਦੇਖੋ ਵੀ ਪਿਛਲੀਆਂ ਪ੍ਰਸ਼ਾਸਨਾਂ ਦੇ ਵਿੱਚ ਓਬਾਮਾ ਨੇ ਵੱਧ ਬੰਦੇ ਡਿਪੋਰਟ ਕੀਤੇ ਆ, ਇਹਨੇ ਘੱਟ ਕੀਤੇ ਆ। ਪਰ ਜਿਹੜਾ ਮੂੰਹ ਫੱਟ ਹੋਣਾ ਨਾ, ਬੋਲੀ ਜਾਣਾ ਬਿਨਾਂ ਗੱਲ ਤੋਂ, ਉਹ ਕਈ ਵਾਰ ਤੁਹਾਡਾ ਨੁਕਸਾਨ ਜਿਹੜਾ ਜ਼ਿਆਦਾ ਕਰਾ ਦਿੰਦਾ ਜੀ। ਸੋ ਜਿਹੜੇ ਇਮੀਗ੍ਰੈਂਟ ਸੀਗੇ ਬਹੁਤੇ ਲੋਕ ਉਹਨਾਂ ਥਾਂ ਤੋਂ ਇਹ ਹਾਰੇ ਆ ਹੈ ਨਾ ਜ਼ਿਆਦਾ ਕਰਕੇ। ਸੋ ਉਹਨਾਂ ਨੂੰ ਇਹ ਲੱਗਣ ਲੱਗ ਪਿਆ ਕਿ ਸਾਡੇ ਵਿਰੋਧੀ ਹੈਗੇ ਆ ਜੀ ਇਹ, ਅਤੇ ਇਸ ਕਰਕੇ ਜਿਹੜਾ ਜੀ ਉਹ ਖਮਿਆਜ਼ਾ ਭੁਗਤਣਾ ਪਿਆ। ਸੋ ਇਕੱਲਾ ਕਰੋਨਾ ਨੂੰ ਨਹੀਂ ਆਪਾਂ ਕਹਿ ਸਕਦੇ, ਹੋਰ ਬਹੁਤ ਸਾਰੇ ਫੈਕਟਰ ਜਿਹੜੇ ਆ ਜੀ ਉਹ ਹੈਗੇ ਆ। ਬਾਕੀ ਦੁਨੀਆ ਪੱਧਰ ਦੇ ਉੱਤੇ ਹਰੇਕ ਨਾਲ ਵਿਗਾੜ ਲੈਣੀ, ਦੁਨੀਆ ਇੱਕ ਜਿਹੜੀ ਇਕੱਠੀ ਹੋ ਰਹੀ ਸੀ ਉਹਨੂੰ ਅੱਡ ਅੱਡ ਕਰ ਦੇਣਾ। ਜਿਹੜੇ ਅਮਰੀਕਾ ਨੇ ਪਹਿਲਾਂ ਸਮਝੌਤੇ ਕੀਤੇ ਹੋਏ ਸੀ ਉਹਨਾਂ ਦੀ ਕੋਈ ਕਦਰ ਨਾ ਪਾਉਣਾ। ਇੱਥੋਂ ਤੱਕ ਕਿ ਅਮਰੀਕਾ ਦੇ ਜਿਹੜੇ ਜਸੂਸ ਸੀਗੇ ਉਹ ਮਰਵਾ ਦਿੱਤੇ ਇਹਨਾਂ ਨੇ ਅਫਗਾਨਿਸਤਾਨ ਅਤੇ ਇਰਾਨ ਦੇ ਵਿੱਚ। ਜਿਹੜੇ ਸੇਫ ਹਾਊਸ ਸੀਗੇ CIA ਦੇ ਉਹ ਪੜਵਾ ਦਿੱਤੇ, ਠੀਕ ਹੈ। ਉਹਨਾਂ ਨੂੰ ਪੈਸੇ ਨਹੀਂ ਭੇਜੇ, ਕਈ ਬੰਦੇ ਜਿਹੜੇ ਆ ਉਹ ਮਾਰੇ ਗਏ ਇਸ ਚੱਕਰ ਦੇ ਵਿੱਚ। ਸੋ ਇਹੋ ਜਿਹੀਆਂ ਹੋਰ ਬਹੁਤ ਸਾਰੀਆਂ ਗੱਲਾਂ ਹੋਈਆਂ। ਈਵਨ ਅਮਰੀਕਾ ਦੇ ਵਿੱਚ ਉਹਨਾਂ ਦੀ ਪਾਰਟੀ ਦੇ ਵਿੱਚ ਹੀ ਕਈ ਲੋਕ ਉਹਨਾਂ ਨੂੰ ਪਸੰਦ ਨਹੀਂ ਸੀ ਕਰਦੇ ਹੈਗੇ ਵੀ ਗੱਲਾਂ ਜਿਹੜੀਆਂ ਕਰ ਰਹੇ ਇਹਨਾਂ, ਅਮਰੀਕਾ ਦਾ ਅਕਸ ਜਿਹੜਾ ਆ ਉਹ ਡਿੱਗ ਰਿਹਾ ਹੈਗਾ ਆ। ਅਤੇ ਵਰਲਡ ਲੈਵਲ ਦੇ ਉੱਤੇ ਵੀ ਇੱਕ ਲਹਿਰ ਸੀਗੀ। ਬਾਕੀ ਲੋਕਲ ਮੀਡੀਆ ਤੁਸੀਂ ਦੇਖ ਲਓ ਵੀ ਕੋਈ ਦੇਖਿਆ ਸੀ ਰਾਸ਼ਟਰਪਤੀ ਇੱਦਾਂ ਮੀਡੀਆ ਵਾਲਿਆਂ ਦੀ ਕੋਈ ਬੇਇੱਜ਼ਤੀ ਕਰਦਾ, ਜਿਵੇਂ ਉਹ ਪੱਤਰਕਾਰਾਂ ਨੂੰ ਟੁੱਟ ਪੈਂਦੇ ਸੀਗੇ, ਉਹਨਾਂ ਨੂੰ ਕਈ ਵਾਰੀ ਪ੍ਰੈਸ ਕਾਨਫਰੰਸ 'ਚ ਆਉਣ ਲਈ ਨਹੀਂ ਕਹਿੰਦੇ ਸੀਗੇ, ਜਾਂ ਆਇਆਂ ਨੂੰ ਕਹਿੰਦੇ ਸੀਗੇ ਜਾਂ ਜਾਓ ਮੈਂ ਤੁਹਾਡੇ ਨਾਲ ਗੱਲ ਨਹੀਂ ਕਰਨੀ। ਸੋ ਕਿਤੇ ਨਾ ਕਿਤੇ ਸਾਰਾ ਕੁਛ ਇਹ ਬਿਲਡਅਪ ਹੋਇਆ ਸੀਗਾ, ਅਤੇ ਕਰੋਨਾ ਉਹਨਾਂ ਵਿੱਚ ਇੱਕ ਪਾਰਟ ਸੀਗਾ। ਇਕੱਲਾ ਕਰੋਨਾ ਨਹੀਂ ਆਪਾਂ ਕਹਿ ਸਕਦੇ। ਇੱਕ ਕੈਲੀਫੋਰਨੀਆ ਤੋਂ ਖਬਰ ਆ ਰਹੀ ਵੀ ਕਿਸੇ ਨੂੰ ਬੰਦੀ ਬਣਾ ਕੇ ਕੰਮ ਕਰਾਈ ਜਾਂਦੇ ਸੀ, ਇਹ ਕਿੱਥੇ ਦਾ ਮਾਮਲਾ ਜੀ? ਦੇਖੋ ਜਦੋਂ ਹੈ ਨਾ ਜੀ ਬੜੀ ਖੁਸ਼ੀ ਹੁੰਦੀ ਆ, ਬਾਹਰਲੇ ਮੁਲਕਾਂ ਵਿੱਚ ਆਉਂਦੇ ਆ ਹੈ ਨਾ, ਮੂਹਰੇ ਕਿਤੇ ਆਪਣਾ ਬੰਦਾ ਕੋਈ ਦਿਸ ਜਾਵੇ, ਬਿਲਕੁਲ ਹੈ ਨਾ, ਵੀ ਕਹਿਣਾ ਵੀ ਆਹ ਬੰਦਾ ਜੀ ਆਪਣਾ ਆ, ਵੀ ਇਹ ਹੈ ਨਾ ਮੈਨੂੰ ਸਾਂਭੂਗਾ ਅਤੇ ਮੇਰੀ ਹੈਲਪ ਕਰੂਗਾ। ਪਰ ਕਈ ਵਾਰੀ ਕੀ ਹੁੰਦਾ, ਬਹੁਤੇ ਕਰਕੇ ਨਹੀਂ, ਬਹੁਤ ਲੋਕ ਹੈਲਪ ਵਾਲੇ ਆ, ਮਦਦ ਬਹੁਤ ਕਰਦੇ ਆ, ਇੰਨੀ ਮਦਦ ਕਰਦੇ ਆ ਕਿ ਮੁੜ ਕੇ ਸਾਰੀ ਉਮਰ ਉਹ ਵਰਤਦੇ ਇੱਕ ਦੂਏ ਦੇ ਨਾਲ ਜੀ। ਬਹੁਤ ਐਗਜ਼ਾਮਪਲਾਂ ਇਹੋ ਜਿਹੀਆਂ ਹੈਗੀਆਂ। ਪਰ ਕੁਛ ਕੁ ਲੋਕ ਆ ਜਿਹੜੇ ਕਿ ਹਾਲਾਂਕਿ ਕਿਸੇ ਵੀ ਕੰਮ ਦਾ ਸ਼ੋਸ਼ਣ ਨਹੀਂ ਹੋਣਾ ਚਾਹੀਦਾ,
ਪਰ ਜੇ ਤੁਹਾਡੇ ਕੋਲ ਇਸ ਆਸ ਨਾਲ ਆਉਂਦਾ ਵੀ ਆਪਣਾ ਬੰਦਾ ਆ, ਮੇਰੀ ਕੌਮ ਦਾ ਆ, ਵੀ ਮੇਰੀ ਮਦਦ ਕਰੂਗਾ, ਤੁਸੀਂ ਉਹਦਾ ਸ਼ੋਸ਼ਣ ਕਰੋ ਤਾਂ ਇਦੋਂ ਮਾੜੀ ਜਿਹੜੀ ਗੱਲ ਕੋਈ ਹੋ ਨਹੀਂ ਸਕਦੀ। ਕੈਲੀਫੋਰਨੀਆ ਦੇ ਵਿੱਚ ਇੱਕ ਮਾਨ ਜੋੜਾ ਜੀ, ਉਹਦਾ ਅਮਰਜੀਤ ਮਾਨ ਅਤੇ ਬਲਵਿੰਦਰ ਮਾਨ ਨਾਂ ਆ। ਗਿਲਰੋਏ ਬੇ ਏਰੀਏ ਦੇ ਵਿੱਚ ਸ਼ਹਿਰ ਹੈਗਾ ਕੈਲੀਫੋਰਨੀਆ ਦੇ, ਉੱਥੇ ਉਹਨਾਂ ਦਾ M&M ਲਿਕਰ ਸਟੋਰ ਜਿਹੜਾ ਚਲਾ ਰਹੇ ਸੀਗੇ। ਉੱਥੇ ਇੱਕ ਇੰਸਪੈਕਟਰ ਜਿਹੜਾ ਜੀ ਵੈਸੇ ਚੈਕਿੰਗ ਕਰਨ ਗਿਆ ਤਾਂ ਉਹਨੇ ਦੇਖਿਆ ਕਿ ਉੱਥੇ ਇੱਕ ਮੈਟਰਸ ਪਿਆ ਜੀ, ਕੁਝ ਡਰਾਅਰਾਂ ਦੇ ਵਿੱਚ ਚਾਦਰਾਂ ਪਈਆਂ ਆ, ਕੁਝ ਭਾਂਡੇ ਪਏ ਆ। ਉਹਨੂੰ ਸ਼ੱਕ ਹੋਈ ਵੀ ਇੱਥੇ ਕੋਈ ਬੰਦਾ ਰਹਿੰਦਾ ਜੀ। ਜਾਂਚ ਰੰਭੀ ਗਈ ਤਾਂ ਪਤਾ ਲੱਗਾ ਕਿ ਉੱਥੇ ਇੱਕ ਸ਼ਖਸ ਜਿਹੜਾ ਜੀ ਉਹ ਰਹਿ ਰਿਹਾ, ਜਿਹਨੂੰ ਬੰਦੀ ਬਣਾ ਕੇ ਕੰਮ ਕਰਵਾਇਆ ਜਾ ਰਿਹਾ, ਦਿਹਾੜੀ 'ਚ 15 ਘੰਟੇ, ਤਨਖਾਹ ਦਿੱਤੀ ਨਹੀਂ ਜਾ ਰਹੀ, ਖਾਣਾ ਨਹੀਂ ਪੂਰਾ ਦਿੱਤਾ ਜਾ ਰਿਹਾ। ਉਦੋਂ ਬਾਅਦ ਡਰਾਵੇ ਦਿੱਤੇ ਜਾ ਰਹੇ ਆ ਕਿ ਜੇ ਤੂੰ ਬਾਹਰ ਕੋਈ ਗੱਲ ਕੱਢੀ ਤਾਂ ਤੈਨੂੰ ਡਿਪੋਰਟ ਕਰਾ ਦਿੱਤਾ ਜਾਊਗਾ ਜੀ। ਸੋ ਇਹ ਡਿਸਟ੍ਰਿਕਟ ਅਟਾਰਨੀ ਨੇ ਜਦੋਂ ਇਹ ਸਾਰੀ ਗੱਲਬਾਤ ਬਾਹਰ ਕੱਢੀ ਤਾਂ ਜਾਂਚ ਕੀਤੀ ਤਾਂ ਹੁਣ ਇਹਨਾਂ ਸਾਰਿਆਂ ਦੇ ਉੱਤੇ, 2 ਜਣਿਆਂ ਦੇ ਉੱਤੇ ਚਾਰਜਸ ਲਾਏ ਗਏ ਆ, ਹਿਊਮਨ ਟ੍ਰੈਫਿਕਿੰਗ ਦੇ, ਲੇਬਰ ਟ੍ਰੈਫਿਕਿੰਗ ਦੇ, ਧੋਖੇ ਦੇ, ਤਨਖਾਹ ਘੱਟ ਦੇਣ ਦੇ। $1.5 ਲੱਖ ਦੇ ਕਰੀਬ ਤਨਖਾਹ ਜਿਹੜੀ ਹੈ ਜੀ ਇਹਨਾਂ ਨੇ ਮਾਰੀ 4 ਜਣਿਆਂ ਦੀ। ਤੇ ਹੁਣ ਇਹ ਵੀ ਦੋਸ਼ ਲਾਏ ਆ ਸ਼ਰੇਆਮ ਉਹਨੇ ਆਪਣੀ ਲਿਖਤ ਦੇ ਵਿੱਚ DA ਨੇ ਕਿ ਇਹ ਸਲੇਵਰੀ ਕਰਾ ਰਹੇ ਸੀਗੇ। ਸੋ ਤੁਸੀਂ ਦੇਖੋ ਵੀ ਕਿੰਨੀ ਮਾੜੀ ਗੱਲ ਹੈਗੀ ਆ ਕਿ ਜੇ ਤੁਸੀਂ ਕਿਸੇ ਨੂੰ ਆਪਣੀ ਉਹਦੀ ਪੂਰੀ ਤਨਖਾਹ ਦੇਈ ਵੀ ਚੱਲੋ ਤਾਂ ਵੀ ਤੁਸੀਂ ਆਪਣੇ ਬਿਜ਼ਨਸ ਦੇ ਵਿੱਚ ਸੋਹਣੇ ਪੈਸੇ ਕਮਾ ਸਕਦੇ ਆ ਹਨ। ਅਗਲਾ ਹੋਰ ਜ਼ੋਰ ਲਾ ਕੇ ਕੰਮ ਕਰਦਾ, ਪਰ ਇਹ ਜਿਹੜਾ ਰੁਝਾਨ ਹੈਗਾ ਕਿਸੇ ਦੇ ਪੈਸੇ ਮਾਰਨੇ, ਉਹ ਵੀ ਕੰਮ ਕਰਾ ਕੇ ਮਾਰਨੇ, ਇਹ ਬਹੁਤ ਮਾੜੀ ਗੱਲ ਹੈਗੀ ਆ ਜੀ। ਤੇ ਇਹੋ ਜਿਹੀਆਂ ਗੱਲਾਂ ਕੈਨੇਡਾ ਅਮਰੀਕਾ ਦੇ ਵਿੱਚ ਅਕਸਰ ਸੁਣਨ ਨੂੰ ਮਿਲ ਰਹੀਆਂ, ਸਪੈਸ਼ਲੀ ਜਿਹੜੇ ਹੁਣ ਨਵੇਂ ਬੱਚੇ ਆ ਰਹੇ ਆ, ਸਟੂਡੈਂਟ ਆ ਰਹੇ ਆ, ਜਾਂ ਜਿਹੜੇ ਵਰਕ ਪਰਮਿਟ 'ਤੇ ਆ ਰਹੇ ਆ, ਉਹ ਰੋਜ਼ ਹੀ ਕਿਸੇ ਨਾ ਕਿਸੇ ਦਾ ਫੋਨ ਆਉਂਦਾ ਕਿ ਫਲਾਣੀ ਕੰਪਨੀ ਵਾਲਾ ਜਿਹੜਾ ਜੀ ਮੇਰੇ ਪੈਸੇ ਮਾਰ ਗਿਆ, ਮੈਨੂੰ 15 ਦਿਨ ਦੀ ਤਨਖਾਹ ਨਹੀਂ ਦਿੱਤੀ, ਮੈਨੂੰ ਤੋਂ 2 ਮਹੀਨੇ ਕੰਮ ਕਰਾ ਲਿਆ। ਸੋ ਇਹ ਜਿਹੜੀਆਂ ਗੱਲਾਂ ਜੀ ਇਹ ਬਹੁਤ ਸ਼ਰਮਨਾਕ ਹੈਗੀਆਂ। ਅਤੇ ਜਿਹੜੇ ਲੋਕ ਅਜਿਹਾ ਕਰਦੇ ਆ, ਮੇਰੀ ਨਜ਼ਰ ਦੇ ਵਿੱਚ ਆਪਣੇ ਬੱਚਿਆਂ ਨੂੰ ਜ਼ਹਿਰ ਖਿਲਾ ਰਹੇ ਆ, ਜਿਹੜਾ ਕਿ ਕਿਸੇ ਦੀ ਹੱਕ ਦੀ ਕਮਾਈ ਜਿਹੜੀ ਆ ਮਾਰ ਕੇ ਆਪਣੇ ਬੱਚਿਆਂ ਲਈ ਕੁਛ ਪੈਸੇ ਬਣਾ ਰਹੇ ਆ। ਬਿਲਕੁਲ ਬਿਲਕੁਲ ਠੀਕ ਸ਼ਬਦ ਵਰਤੇ ਹੋ ਤੁਸੀਂ। ਬਿਹਾਰ ਦੀ ਕੀ ਹਾਲਤ ਹੈ? ਭਾਰਤੀ ਜਨਤਾ ਪਾਰਟੀ ਅੱਗੇ ਨਾਲੋਂ ਕਹਿੰਦੇ ਕਾਫੀ ਵੱਧ ਸੀਟਾਂ ਲੈ ਗਈ। ਬਿਹਾਰ ਦੇ ਵਿੱਚ ਵੀ ਜੀ ਨਤੀਜੇ ਅਮਰੀਕਾ ਸਟਾਈਲ ਹੋਏ ਆ। ਅੱਛਾ ਜੀ। ਪਹਿਲਾਂ ਤਾਂ ਰਾਤੀ ਜਿਹੜਾ ਹੈ ਜੀ ਉਹ ਤੇਜਸਵੀ ਯਾਦਵ ਹੋਣ ਵਾਲੀ ਪਾਰਟੀ ਅੱਗੇ ਚੱਲ ਰਹੀ ਸੀਗੀ। ਅੱਛਾ ਜੀ। ਤੇ ਇੱਦਾਂ ਲੱਗਦਾ ਸੀਗਾ ਕਿ ਇਹਨਾਂ ਨੇ ਸਰਕਾਰ ਬਣਾ ਜਾਣੀ ਆ। ਸਰਵੇਖਣ ਵੀ ਸਾਰੇ ਤਕਰੀਬਨ ਇਹੀ ਕਹਿ ਰਹੇ ਸੀਗੇ ਵੀ ਉਹ ਗੱਠਜੋੜ ਜਿਹੜਾ ਆ ਉਹ ਜਿੱਤ ਜਾਣਾ ਆ। ਪਰ ਰਾਤੋਂ ਰਾਤ ਜੀ ਮੁੜ ਕੇ ਭਾਜਪਾ ਵਾਲੇ ਅੱਗੇ ਲੰਘ ਗਏ ਤੇ ਭਾਜਪਾ ਗੱਠਜੋੜ ਜਿਹੜਾ ਜੀ ਆਲਮੋਸਟ ਬਹੁਤ ਗਿਣਤੀ ਤੋਂ ਉੱਪਰ ਸੀਟਾਂ ਲੈ ਗਿਆ ਆ, 124-25 ਦੇ ਕਰੀਬ ਦੱਸਦੇ ਆ। ਸੋ ਉਹਨਾਂ ਨੇ ਸਰਕਾਰ ਜਿਹੜੀ ਆ ਬਣਾ ਜਾਣੀ ਆ ਜੀ। ਹਾਲਾਂਕਿ ਲੋਕਾਂ ਨੂੰ ਲੱਗਦਾ ਸੀਗਾ ਕਿ ਬਿਹਾਰੀ ਜਿਹੜੇ ਆ ਤੰਗ ਬਹੁਤ ਹੋਏ ਆ ਮੋਦੀ ਦੇ ਰਾਜ ਵਿੱਚ। ਆਪਾਂ ਵੀ ਖਬਰਾਂ ਕਵਰ ਕਰਦੇ ਰਹੇ ਆ ਕਰੋਨਾ ਦੇ ਦੌਰਾਨ ਕਿਵੇਂ ਪੂਰੇ ਭਾਰਤ ਦੇ ਵਿੱਚੋਂ ਜਿਹੜੇ ਆ ਜੀ ਬਿਹਾਰੀ ਜਿਹੜੇ ਕਾਮੇ ਸੀਗੇ ਉਹਨੂੰ ਤੁਰ ਕੇ ਜਾਣਾ ਪਿਆ। ਰਾਹ 'ਚ ਕਈਆਂ ਦੀਆਂ ਮੌਤਾਂ ਹੋਈਆਂ, ਨੰਗੇ ਪੈਰੀਂ ਦੁਖੀ ਹੋਏ, ਪਰ ਵੋਟਾਂ ਫਿਰ ਜਿਹੜੀਆਂ ਜੀ ਉੱਧਰ ਪਾ ਗਏ ਆ। ਸੋ ਇਹ ਗੱਲ ਸਮਝ ਤੋਂ ਬਾਹਰ ਆ। ਵਿਰੋਧੀ ਪਾਰਟੀਆਂ ਕਹਿ ਰਹੀਆਂ ਕਿ ਧੋਖਾ ਹੋਇਆ, ਵੋਟਿੰਗ ਮਸ਼ੀਨਾਂ ਜਿਹੜੀਆਂ ਉਹ ਧੋਖਾ ਦੇ ਗਈਆਂ। ਖੁਦ ਤੇਜਸਵੀ ਯਾਦਵ ਜਿਹੜੇ ਜੋ ਕਹਿ ਰਹੇ ਆ ਕਿ ਰਾਤੀ ਸਾਨੂੰ 119 ਸੀਟਾਂ ਦੇ ਉੱਤੇ ਚੋਣ ਅਧਿਕਾਰੀ ਕਹਿ ਰਹੇ ਸੀ ਕਿ ਤੁਸੀਂ ਜਿੱਤ ਚੁੱਕੇ ਆ, ਵਧਾਈਆਂ ਦੇ ਦਿੱਤੀਆਂ ਸੀਗੀਆਂ। ਅੱਛਾ। ਸਵੇਰੇ ਸਰਟੀਫਿਕੇਟ ਲੈਣ ਗਏ ਤਾਂ ਕਹਿੰਦੇ ਨਹੀਂ ਜੀ 109 ਦੇ ਉੱਤੇ ਤੁਸੀਂ ਜਿੱਤੇ ਆ, ਵੀ ਬਾਕੀ ਜਿਹੜਾ ਤੁਸੀਂ ਹਾਰ ਗਏ ਆ। ਉਹਨਾਂ ਨੇ ਰੀਕਾਊਂਟ ਦੀ ਮੰਗ ਕੀਤੀ ਆ ਤੇ ਇਲੈਕਸ਼ਨ ਕਮਿਸ਼ਨ ਕਹਿੰਦਾ ਵੀ ਨਹੀਂ, ਵੀ ਨਾ ਤਾਂ ਮਸ਼ੀਨਾਂ ਦੇ ਵਿੱਚ ਕੋਈ ਗਲਤੀ ਆ, ਨਾ ਕਿਤੇ ਹੋਰ ਕੋਈ ਗਲਤੀ ਹੋਈ ਆ, ਇਸ ਕਰਕੇ ਰੀਕਾਊਂਟ ਕਰਾਉਣ ਦਾ ਜਿਹੜਾ ਕੋਈ ਤੁਕੇ ਨਹੀਂ ਜੀ ਬਣਦੀ ਹੈਗੀ। ਸੋ ਇਹੋ ਜਿਹੀਆਂ ਗੱਲਾਂ ਬਿਹਾਰ ਤੋਂ ਜਿਹੜੀਆਂ ਆ ਰਹੀਆਂ ਜੀ। ਅਤੇ ਭਾਜਪਾ ਜਿਹੜੀ ਹੈ ਜੀ ਉੱਥੇ ਭਾਜਪਾ ਗੱਠ ਜੋੜਿਆ ਉਹ ਜੇਤੂ ਹੋ ਗਿਆ ਆ। ਨਿਤਿਸ਼ ਯਾਦਵ ਉਹਨਾਂ ਨੇ ਭਾਜਪਾ ਦੇ ਨਾਲ ਰਲ ਕੇ ਜਿਹੜੀ ਇਹ ਚੋਣ ਲੜੀ ਸੀਗੀ ਅਤੇ ਹੁਣ ਨਿਤਿਸ਼ ਯਾਦਵ ਨੇ ਇਹ ਵੀ ਗੱਲ ਕਹੀ ਹੈ ਕਿ ਇਹ ਮੇਰੀ ਆਖਰੀ ਚੋਣ ਸੀਗੀ, ਇਸ ਤੋਂ ਬਾਅਦ ਮੈਂ ਹੋਰ ਚੋਣ ਜਿਹੜੀ ਆ ਉਹ ਨਹੀਂ ਲੜਨੀ ਜੀ। ਅਤੇ ਕਿਸਾਨਾਂ ਦੇ ਮਾਮਲੇ 'ਚ ਕੀ ਬਣਿਆ ਜੀ? ਕੋਈ ਗੱਲਬਾਤ ਗਾਂਹ ਤੁਰ ਰਹੀ ਆ ਜਾਂ ਉਹ ਧਰਨਾ ਲਾ ਕੇ ਬੈਠੇ ਤੇ ਸਰਕਾਰ ਕਹਿੰਦੀ ਵੀ ਅਸੀਂ ਨਹੀਂ ਬਦਲਣਾ? ਤਕਰੀਬਨ 100 ਦੇ ਕਰੀਬ ਧਰਨੇ ਪੰਜਾਬ 'ਚ ਅੱਡ ਲੱਗੇ ਹੋਏ ਆ ਜੀ। ਅੱਛਾ ਜੀ। ਪਰ ਜਿਹੜੀਆਂ ਉੱਥੋਂ ਗਰਾਊਂਡ ਤੋਂ ਰਿਪੋਰਟਾਂ ਆ ਰਹੀਆਂ, ਧਰਨਿਆਂ ਦੇ ਵਿੱਚ ਅੱਗੇ ਵਾਲਾ ਉਤਸ਼ਾਹ ਹੈ ਨਹੀਂ ਗਾ। ਬਜ਼ੁਰਗ ਲੰਬਾ ਬਹੁਤ ਹੋ ਗਿਆ, 50 ਦਿਨ ਹੋ ਗਏ ਆ ਜੀ। ਅਤੇ ਬਜ਼ੁਰਗ ਜਿਹੜੇ ਆ ਬੈਠੇ ਆ, ਮਾਤਾਵਾਂ ਬੈਠੀਆਂ ਆ, ਜਾਂ ਜਿਹੜੇ ਹੋਰ ਸੰਘਰਸ਼ੀਲ ਲੋਕ ਉਹ ਬੈਠੇ, ਜਿਹੜਾ ਨੌਜਵਾਨ ਤਬਕਾ ਉਹ ਗਾਇਬ ਆ। ਛੁੱਟੀ ਵਾਲੇ ਦਿਨ ਕਈ ਵਾਰੀ ਆ ਜਾਂਦੇ ਆ, ਅਦਰਵਾਈਜ਼ ਗਿਣਤੀ ਜਿਹੜੀ ਆ ਉਹ ਘੱਟ ਰਹੀ ਆ। ਅਤੇ ਬਾਕੀ ਕਹਿੰਦੇ ਹੁੰਦੇ ਆ ਵੀ ਜਥੇਬੰਦੀਆਂ ਇੰਨੀਆਂ ਆ ਕਿ ਆਪਸ ਵਿੱਚ ਏਕਾ ਵੀ ਹੈ ਨਹੀਂ ਗਾ। ਅਤੇ ਹੁਣ 13 ਨਵੰਬਰ ਨੂੰ ਗੱਲਬਾਤ ਵਾਸਤੇ ਫਿਰ ਕੇਂਦਰ ਸਰਕਾਰ ਨੇ ਦਿੱਲੀ ਸੱਦੇ ਆ ਜੀ। ਬਕਾਇਦਾ ਸੱਦਾ ਪੱਤਰ ਮਿਲ ਗਿਆ। ਜਿਹੜੇ ਕਿਸਾਨ ਜਥੇਬੰਦੀਆਂ ਕਹਿੰਦੀਆਂ ਵੀ ਅਸੀਂ ਜਾਵਾਂਗੀਆਂ ਗੱਲਬਾਤ ਕਰਨ। ਅਤੇ ਹੁਣ ਉਸ ਗੱਲਬਾਤ ਦੇ ਵਿੱਚੋਂ ਦੇਖਦੇ ਹਾਂ ਕੀ ਨਿਕਲਦਾ ਆ ਜੀ। ਅਤੇ ਪਹਿਲਾਂ ਤਾਂ ਸਰਕਾਰ ਜਿਹੜੀ ਪਤਾ ਹੀ ਆ ਵੀ ਬਜ਼ਿੱਦ ਇਸ ਗੱਲ ਦੇ ਉੱਤੇ ਵੀ ਖੇਤੀ ਆਰਡੀਨੈਂਸ ਵਾਪਸ ਨਹੀਂ ਲੈਣੇ। ਹੁਣ ਇਹਨਾਂ ਗੱਡੀਆਂ ਚਲਾਉਣ ਦੇ ਮਾਮਲੇ ਵਿੱਚ ਵੀ ਜਿਹੜੇ ਆ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਆ ਕਿ ਮੈਂ ਮਾਲ ਗੱਡੀਆਂ ਵਾਲੇ ਟਰੈਕ ਜਿਹੜੇ ਆ ਉਹ ਖਾਲੀ ਕਰਾ ਦਿੱਤੇ ਆ ਜੀ। ਪਰ ਜਿਹੜੀ ਰੇਲਵੇ ਮੰਤਰੀ ਆ ਜਾਂ ਸਰਕਾਰ ਆ ਉਹ ਕਹਿੰਦੇ ਵੀ ਨਹੀਂ, ਅਸੀਂ ਉਹਨਾਂ ਚਿਰ ਜਿਹੜੀਆਂ ਰੇਲ ਗੱਡੀਆਂ ਚਲਾਉਣੀਆਂ ਨੇ ਜਿੰਨਾ ਚਿਰ ਤੁਸੀਂ ਸਵਾਰੀ ਗੱਡੀਆਂ ਵੀ ਨਾਲ ਨਹੀਂ ਚਲਾਉਂਦੇ ਜੀ। ਅਤੇ ਕੈਪਟਨ ਅਮਰਿੰਦਰ ਸਿੰਘ ਹੁਣ ਬੜੇ ਇਸ ਗੱਲ 'ਚ ਛਜੋਪੰਚ ਫਸੇ ਹੋਏ ਆ। ਉੱਧਰੋਂ ਕਿਸਾਨ ਜਿਹੜੇ ਆ ਉਹ ਕਹਿੰਦੇ ਵੀ ਤੁਸੀਂ ਕੁਛ ਕਰ ਨਹੀਂ ਰਹੇ, ਉੱਧਰੋਂ ਸਰਕਾਰ ਕਹਿੰਦੀ ਆ ਵੀ ਤੁਸੀਂ ਸਰਕਾਰ ਨਾਲ ਨਹੀਂ ਖੜ੍ਹ ਰਹੇ,
ਤੁਸੀਂ ਸੰਘਰਸ਼ਕਾਰੀਆਂ ਦੇ ਨਾਲ ਖੜ ਰਹੇ ਆ। ਤੇ ਉਹ ਕਹਿੰਦੇ ਵੀ ਮੇਰੀ ਵੀ ਤੇ ਕਿਸਾਨਾਂ ਦੀ ਬਾਂਹ ਮਰੋੜੀ ਜਾ ਰਹੀ ਆ, ਬਲੈਕਮੇਲ ਸਾਨੂੰ ਕੀਤਾ ਜਾ ਰਿਹਾ ਆ ਵੀ ਇਹ ਜਿਹੜਾ ਦਾਅ ਸਰਕਾਰ ਖੇਡ ਰਹੀ ਆ ਕੇਂਦਰ ਦੀ, ਇਹ ਪੁੱਠਾ ਪੈ ਸਕਦਾ ਆ, ਇਹਨਾਂ ਦੇ ਪੰਜਾਬ ਦੇ ਵਿੱਚ ਗੰਭੀਰ ਸੱਟੇ ਜਿਹੜੇ ਆ ਨਿਕਲ ਸਕਦੇ ਆ ਜੀ। ਕਰਤਾਰਪੁਰ ਸਾਹਿਬ ਵਾਲੇ ਲਾਂਘੇ ਨੂੰ ਦੁਬਾਰਾ ਖੋਲ੍ਹਣ ਦੀ ਮੰਗ ਕੀਤੀ ਜਾ ਰਹੀ, ਕੀ ਮਾਮਲਾ ਜੀ? 1 ਸਾਲ ਹੋ ਗਿਆ ਜੀ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਿਆਂ ਨੂੰ। ਜੀ। ਉਸ ਤੋਂ ਬਾਅਦ ਵਿੱਚ ਕਰੋਨਾ ਦੇ ਕਰਕੇ ਬੰਦ ਕਰ ਦਿੱਤਾ ਗਿਆ। ਹਾਲਾਂਕਿ ਭਾਰਤ ਦੇ ਵਿੱਚ ਹੋਰ ਸਾਰੀਆਂ ਧਾਰਮਿਕ, ਰਾਜਨੀਤਿਕ, ਸਮਾਜਿਕ ਸਰਗਰਮੀਆਂ ਜਿਹੜੀਆਂ ਹੁਣ ਚਾਲੂ ਨੇ, ਪਰ ਇਹ ਲਾਂਘਾ ਜਿਹੜਾ ਜੀ ਹਲੇ ਤੱਕ ਚਾਲੂ ਨਹੀਂ ਕੀਤਾ ਗਿਆ। ਇਹਦੇ ਵਾਸਤੇ ਅੱਜ ਡੇਰਾ ਬਾਬਾ ਨਾਨਕ ਦੇ ਕੋਲ ਸਿੱਖ ਜਥੇਬੰਦੀਆਂ ਵੱਲੋਂ ਇੱਕ ਸਮਾਗਮ ਲਿਖਿਆ ਗਿਆ ਸੀਗਾ, ਜਿਹੜਾ ਕਿ ਦਲ ਖਾਲਸਾ ਜਥੇਬੰਦੀ ਵੱਲੋਂ ਮੋਹਰੀ ਤੌਰ ਦੇ ਉੱਤੇ ਸੀਗਾ। ਉੱਥੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵਿਦਾਂਤੀ, ਗਿਆਨੀ ਕੇਵਲ ਸਿੰਘ ਹੁਣੀ, ਦਲ ਖਾਲਸਾ ਦੇ ਆਗੂ ਜਿਹੜੇ ਆ ਕੰਵਰਪਾਲ ਸਿੰਘ ਬਿੱਟੂ ਹੁਣੀ, ਜਾਂ ਅਕਾਲ ਫੈਡਰੇਸ਼ਨ ਦੇ ਨਰਾਇਣ ਸਿੰਘ ਚੌੜਾ, ਤੇ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਦੇ ਆਗੂ ਜਿਹੜੇ ਆ ਉਹ ਪਹੁੰਚੇ ਹੋਏ ਸੀਗੇ। ਮੰਗ ਇਹੀ ਸੀਗੀ ਕਿ ਕਰਤਾਰਪੁਰ ਦਾ ਲਾਂਘਾ ਜਿਹੜਾ ਖੋਲ੍ਹਿਆ ਜਾਵੇ, ਸਪੈਸ਼ਲੀ ਜਦੋਂ ਹੁਣ ਨਵੰਬਰ ਦੇ ਅਖੀਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਆ ਰਿਹਾ, ਤੇ ਉਦੋਂ ਪਹਿਲਾਂ ਦੀ ਮੰਗ ਕੀਤੀ ਜਾ ਰਹੀ ਆ ਕਿ ਲਾਂਘਾ ਖੋਲ੍ਹ ਦਿੱਤਾ ਜਾਵੇ। ਜਦੋਂ ਬਾਕੀ ਸਾਰਾ ਕੁਝ ਨੋਰਮਲ ਹੋ ਗਿਆ, ਬਾਕੀ ਸਾਰੇ ਸਮਾਗਮ ਹੋ ਰਹੇ ਆ, ਤਾਂ ਇਹ ਲਾਂਘਾ ਜਿਹੜਾ ਆ ਉਹ ਖੋਲ੍ਹਣਾ ਚਾਹੀਦਾ। ਤੇ ਜਥੇਦਾਰ ਅਕਾਲ ਤਖਤ ਦੇ ਜਿਹੜੇ ਕਾਰਜਕਾਰੀ ਨੇ ਜੀ ਗਿਆਨੀ ਹਰਪ੍ਰੀਤ ਸਿੰਘ, ਉਹਨਾਂ ਨੇ ਵੀ ਭਾਰਤ ਸਰਕਾਰ ਨੂੰ ਇਹ ਅਪੀਲ ਕੀਤੀ ਆ ਕਿ ਖੁੱਲ੍ਹ ਦਿਲੀ ਦਿਖਾਈ ਜਾਵੇ। ਇੱਕ ਪਾਸੇ ਪਾਕਿਸਤਾਨ ਜਿਹੜਾ ਆ ਉਹ ਵਾਰ-ਵਾਰ ਕਹਿ ਰਿਹਾ ਕਿ ਸਾਨੂੰ ਇਤਰਾਜ਼ ਕੋਈ ਨਹੀਂ, ਵੀ ਤੁਸੀਂ ਆਓ ਇੱਥੇ, ਤੇ ਭਾਰਤ ਸਰਕਾਰ ਵੀ ਹੁਣ ਜਿਹੜਾ ਵੱਡਾ ਜਿਗਰਾ ਕਰਕੇ ਇਹ ਲਾਂਘਾ ਖੋਲ੍ਹੇ। ਤੇ ਬਾਕੀ ਅੱਜ 1 ਸਾਲ ਪੂਰਾ ਹੋਇਆ ਕਰਤਾਰਪੁਰ ਲਾਂਘੇ ਦਾ, ਤੇ ਇਸ ਸੰਬੰਧੀ ਉੱਥੇ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਵਿਸ਼ੇਸ਼ ਸਮਾਗਮ ਜਿਹੜੇ ਆ ਜੀ ਉਹ ਰੱਖੇ ਗਏ ਸੀਗੇ ਜੀ। ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਵਕਫ ਬੋਰਡ ਵੱਲੋਂ। ਉਹ ਜਿਹੜੇ ਆ ਜੀ ਉੱਥੋਂ ਦੀਆਂ ਸੰਗਤਾਂ ਨੇ ਫਿਰ ਮਨਾਏ ਆ। ਬਾਹਰੋਂ ਵੀ ਬਹੁਤਾ ਕੋਈ ਨਹੀਂ ਜਾ ਸਕਿਆ, ਫਲਾਈਟਾਂ ਨਹੀਂ ਚੱਲਦੀਆਂ, ਤੇ ਭਾਰਤ ਵਾਲੇ ਪਾਸਿਓਂ ਵੀ ਬਾਰਡਰ ਜਿਹੜਾ ਬੰਦ ਹੋਣ ਕਰਕੇ ਉਹੀ ਸੰਗਤ ਜਿਹੜੀ ਆ ਲੋਕਲ ਉੱਥੋਂ ਦੀ, ਉਹਨਾਂ ਨੇ ਮਨਾਇਆ ਜੀ ਸਮਾਗਮ, ਹੋਰ ਕੋਈ ਨਹੀਂ ਜਾ ਸਕਿਆ। ਬਹੁਤ ਬਹੁਤ ਸ਼ੁਕਰੀਆ ਗੁਰਪ੍ਰੀਤ ਸਿੰਘ ਜੀ, ਮਿਹਰਬਾਨੀ। ਧੰਨਵਾਦ ਜਸਕਰਨ ਸਿੰਘ ਜੀ ਤੁਹਾਡਾ, ਤੇ ਨਾਲ ਹੀ ਤੁਹਾਨੂੰ ਤੇ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਦੋਸਤੋ, ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਪਰਸੋਂ ਫਿਰ ਹਾਜ਼ਰ ਹੋਵਾਂਗੇ ਕੁਛ ਨਵੀਆਂ ਖਬਰਾਂ ਤੇ ਗੁਰਪ੍ਰੀਤ ਜੀ ਦਾ ਤਬਸਰਾ। ਅਲਵਿਦਾ ਦੋਸਤੋ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।